हेलो एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਕਲਾਸ 9th ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਵੈਲਕਮ ਲਾਈਫ ਤੇ ਉਹਦਾ ਸੈਕੰਡ ਚੈਪਟਰ ਕ੍ਰਿਟੀਕਲ ਥਿੰਕਿੰਗ ਜਿਹਨੂੰ ਆਪਾਂ ਪੰਜਾਬੀ ਚ ਕਹੀਦਾ ਆਲੋਚਨਾਤਮਕ ਸੋਚ ਤੇ ਇਹਦਾ ਆਪਾਂ ਅੱਜ ਕਰਾਂਗੇ ਬੀ ਪਾਰਟ। ਤਾਂ ਸ਼ੁਰੂ ਕਰਦੇ ਹਾਂ। ਬੀ ਪਾਰਟ ਦੇ ਵਿੱਚ ਦੱਸਿਆ ਗਿਆ ਹੈ ਸੈਲਫ ਕੰਪੈਰੀਜ਼ਨ यानी कि ਅਸੀਂ ਆਪਣੀ ਤੁਲਨਾ जब किसी नाल करते हैं या अपनी तुलना अपने आप नाल करते हैं। शुरू करते हैं। Comparison is constructive when it is being done to make further strategies। तुलना एक वधिया चीज हुंदी है जद आपां अपने आप नूं वधिया बनाउण दे लई इस नूं इस्तेमाल करते हैं या वधिया स्ट्रैटेजी प्लानिंग करन लई इस नूं इस्तेमाल करते हैं। But if we do the same comparison with ego and jealousy at the back of our minds, पर जेकर असी अपने मन नूं तुलना करन दे विच रुझाइए पर ਉਹ ਜਿਹੜੀ ਤੁਲਨਾ ਹੋ ਉਹ ਇਸ ਕਰਕੇ ਹੁੰਦੀ ਹੋਏ ਵੀ ਆਪਾਂ ਦੂਸਰੇ ਬੰਦੇ ਦੇ ਨਾਲ ਆਪਾਂ ਕਹਿ ਸਕਦੇ ਈਰਖਾ ਕਰਦੇ ਆ ਆਪਾਂ ਆਪਣੇ ਵਿੱਚ ਹਉਮੈ ਹੈਗੀ ਹੈ we end up hurting ourselves and others। ਤੇ ਇਸ ਤਰੀਕੇ ਦੀ ਜਿਹੜੀ ਤੁਲਨਾ ਹੈਗੀ ਆ ਉਸ ਦੇ ਵਿੱਚ ਆਪਾਂ ਆਪਣੇ ਆਪ ਦਾ ਤਾਂ ਨੁਕਸਾਨ ਕਰਦੇ ਹੀ ਕਰਦੇ ਆ ਸਗੋਂ ਦੂਜਿਆਂ ਦਾ ਵੀ ਨੁਕਸਾਨ ਕਰਦੇ ਆ। Also ruining our personality by getting involved in such self-vicious activities। ਤੇ ਆਪਣੀ ਜਿਹੜੀ ਸ਼ਖਸੀਅਤ ਹੈਗੀ ਹੈ ਉਸਨੂੰ ਵੀ ਵਿਗਾੜ ਦਿੰਦੇ ਆ ਅਜਿਹੀ ਗਤੀਵਿਧੀ ਦੇ ਵਿੱਚ ਹਿੱਸਾ ਲੈ ਕੇ ਵੀ ਈਰਖਾ ਕਰਕੇ ਆਪਾਂ ਤੁਲਨਾ ਕਰ ਰਹੇ ਹਾਂ। ਆਪਾਂ ਤੁਲਨਾ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਆਪਾਂ ਇੱਕ ਵਧੀਆ ਇਨਸਾਨ ਬਣਨਾ ਚਾਹੁੰਦੇ ਹਾਂ। We end up in a never-ending circle which fills us with negativity and helplessness। ਇਸ ਗਤੀਵਿਧੀ ਰਾਹੀਂ ਅਸੀਂ ਇੱਕ ਅਜਿਹੇ ਚੱਕਰ ਦੇ ਵਿੱਚ ਫਸ ਜਾਂਦੇ ਹਾਂ ਜਿਸ ਦੇ ਵਿੱਚ ਹਉਮੈ ਹੁੰਦੀ ਹੈ, ਜਿਸ ਦੇ ਵਿੱਚ ਬੇਬਸੀ ਹੁੰਦੀ ਹੈ, ਜਿਸ ਦੇ ਵਿੱਚ ਗਲਤ ਵਿਚਾਰ ਸਾਡੇ ਦਿਮਾਗ ਦੇ ਵਿੱਚ ਆਉਂਦੇ ਆ ਤੇ ਇਹ ਚੱਕਰ ਜਿਹੜਾ ਹੈ ਕਦੇ ਖਤਮ ਨਹੀਂ ਹੁੰਦਾ ਵੀ ਉਹਦੇ ਕੋਲ ਗੱਡੀ ਆ ਗਈ ਮੇਰੇ ਕੋਲ ਕਿਉਂ ਨਹੀਂ ਹੈ, ਉਹਦੇ ਕੋਲ ਆਈਫੋਨ ਆ ਗਿਆ ਮੇਰੇ ਕੋਲ ਕਿਉਂ ਨਹੀਂ ਹੈ। ਇਹ ਜਿਹੜੀ ਤੁਲਨਾ ਹੈਗੀ ਹੈ ਨਾ ਸਾਡੇ ਜਿਹੜੇ ਮਾਨਸਿਕ ਸੰਤੁਲਨ ਹੈਗੀ ਹੈ ਉਹਨੂੰ ਵੀ ਵਿਗਾੜਦੀ ਹੈ। We should never let ourselves choose the wrong path and the pessimistic attitude। ਸਾਨੂੰ ਕਦੇ ਵੀ ਆਪਣੇ ਆਪ ਨੂੰ ਗਲਤ ਰਾਹ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਨਿਰਾਸ਼ਵਾਦੀ ਜਿਹੜੀ ਇੱਛਾਵਾਂ ਹੈਗੀਆਂ ਨੇ ਉਹਦੇ ਵੱਲ ਸਾਨੂੰ ਆਪਣੇ ਆਪ ਨੂੰ ਨਹੀਂ ਧੱਕਾ ਦੇਣਾ ਚਾਹੀਦਾ। Let's learn about comparison from this flow chart given below। ਹੁਣ ਆਓ ਆਪਾਂ ਹੇਠਾਂ ਦਿੱਤੇ ਜਿਹੜੇ ਵਿਚਾਰ ਹੈਗੇ ਨੇ ਉਹਨਾਂ ਰਾਹੀਂ ਪਤਾ ਲਗਾਉਂਦੇ ਆ ਵੀ ਕਿਹੜੀ ਤਰੀਕੇ ਦੀ ਜਿਹੜੀ ਤੁਲਨਾ ਹੈਗੀ ਹੈ ਕੰਪੈਰੀਜ਼ਨ ਹੈਗਾ ਉਹ ਵਧੀਆ ਹੁੰਦਾ ਤੇ ਕਿਹੜਾ ਵਧੀਆ ਨਹੀਂ ਹੁੰਦਾ। ਇੱਥੇ ਦੱਸਿਆ ਗਿਆ ਕੰਪੈਰੀਜ਼ਨ ਜਿਹਦਾ ਮਤਲਬ ਹੁੰਦਾ ਤੁਲਨਾ ਕਰਨਾ। ਇੱਥੇ ਹੈ ਪੋਜ਼ਿਟਿਵ ਕੰਪੈਰੀਜ਼ਨ ਯਾਨੀ ਕਿ ਵਧੀਆ ਤੁਲਨਾ ਜਦ ਆਪਾਂ ਕਰਦੇ ਆ ਕਿਸੇ ਨਾਲ ਤੇ ਇੱਥੇ ਹੈਗਾ ਨੈਗੇਟਿਵ ਕੰਪੈਰੀਜ਼ਨ ਯਾਨੀ ਕਿ ਆਪਾਂ ਗੰਦੇ ਵਿਚਾਰ ਦੇ ਨਾਲ ਤੁਲਨਾ ਕਰਦੇ ਆ, ਠੀਕ ਸਹੀ ਅਪਰੋਚ ਨਹੀਂ ਰੱਖਦੇ। ਪੋਜ਼ਿਟਿਵ ਕੰਪੈਰੀਜ਼ਨ ਦੇ ਵਿੱਚ ਕੀ ਆਉਂਦਾ ਹੈ? ਸਭ ਤੋਂ ਪਹਿਲੀ ਚੀਜ਼ ਰਾਈਟ ਥਿੰਕਿੰਗ, ਸਹੀ ਸੋਚ ਹੋਣੀ ਚਾਹੀਦੀ ਹੈ, ਗਲਤ ਵਿਚਾਰ ਨਹੀਂ ਆਣੇ ਚਾਹੀਦੇ। ਦੂਜਾ ਪ੍ਰੋਗਰੈਸਿਵ ਐਟੀਟਿਊਡ ਯਾਨੀ ਕਿ ਆਪਾਂ ਅੱਗੇ ਤਰੱਕੀ ਕਰੀਏ ਉਹ ਜਿਹਾ ਸਾਡਾ ਰੁਝਾਅ ਹੋਣਾ ਚਾਹੀਦਾ ਹੈ ਵੀ ਹਾਂ ਆਪਾਂ ਦੂਜੇ ਤੋਂ ਸਿੱਖ ਕੇ ਆਪਾਂ ਆਪ ਕਿਵੇਂ ਅੱਗੇ ਵਧਣਾ। ਤੀਜਾ ਵਿਲ ਟੂ ਵਰਕ ਹਾਰਡ ਵੀ ਆਪਾਂ ਆਪਣੇ ਵਿੱਚ ਇੰਨੀ ਮਿਹਨਤ ਦੀ ਜਿਹੜੀ ਇੱਛਾ ਹੈਗੀ ਹੈ ਉਹ ਰੱਖੀਏ ਵੀ ਮਿਹਨਤ ਕਰਕੇ ਅੱਗੇ ਵਧਣਾ। ਚੌਥਾ ਸੈਲਫਲੈਸ ਐਂਡ ਹੈਲਪਿੰਗ ਐਟੀਟਿਊਡ ਯਾਨੀ ਕਿ ਦੂਜੇ ਪ੍ਰਤੀ ਜਿਹੜੀ ਮਦਦ ਦੀ ਇੱਛਾ ਹੈਗੀ ਹੈ ਉਹ ਇਹ ਨਹੀਂ ਹੋਣੀ ਚਾਹੀਦੀ ਵੀ ਮੈਂ ਮਦਦ ਕਰਾਂ ਤਾਂ ਮੈਨੂੰ ਬਦਲੇ ਵਿੱਚ ਕੀ ਮਿਲੇਗਾ। ਏਦਾਂ ਨਹੀਂ ਵੀ ਤੁਸੀਂ ਕਰਨੀ ਹੈ ਮਦਦ ਤਾਂ ਬਿਨਾਂ ਕਿਸੇ ਸਵਾਰਥ ਤੋਂ ਮਦਦ ਕਰੋ। ਫਿਫਥ ਆਲ ਰਾਊਂਡ ਡਿਵੈਲਪਮੈਂਟ ਆਫ ਪਰਸਨੈਲਿਟੀ ਸਾਡੀ ਜਿਹੜੀ ਸ਼ਖਸੀਅਤ ਹੈਗੀ ਹੈ ਉਸਦਾ ਓਵਰਆਲ ਵਿਕਾਸ ਹੋਏ। Sixth, ability to fight any problem ਵੀ ਕਿਸੇ ਵੀ ਸਮੱਸਿਆ ਨਾਲ ਲੜਨ ਦੀ ਸਾਡੀ ਹਿੰਮਤ ਹੋਣੀ ਚਾਹੀਦੀ ਹੈ, ਸਾਡੇ ਵਿੱਚ ਇੰਨੀ ਤਾਕਤ ਹੋਣੀ ਚਾਹੀਦੀ ਹੈ। ਇਹ ਹੈਗਾ ਪੋਜ਼ਿਟਿਵ ਕੰਪੈਰੀਜ਼ਨ। ਹੁਣ ਆਪਾਂ ਕਰਨ ਜਾ ਰਹੇ ਹਾਂ ਨੈਗੇਟਿਵ ਕੰਪੈਰੀਜ਼ਨ ਯਾਨੀ ਨੈਗੇਟਿਵ ਤੁਲਨਾ। ਉਹਦੇ ਵਿੱਚ ਕੀ ਆਉਂਦਾ ਹੈ? ਪੈਸਿਮਿਜ਼ਮ ਯਾਨੀ ਕਿ ਨਿਰਾਸ਼ਵਾਦੀ ਹੋ ਜਾਣਾ ਵੀ ਇਹ ਤਾਂ ਹੋ ਹੀ ਨਹੀਂ ਸਕਦਾ, ਇਹਦੇ ਕੋਲ ਕਿਵੇਂ ਆ ਗਿਆ, ਮੇਰੇ ਕੋਲ ਕਿਉਂ ਨਹੀਂ ਹੈ। Second, to run away from responsibilities यानी कि जिम्मेवारियां तो भजना। Third, egocentric attitude यानी हंकारी जड़ा व्यवहार हुंदा हैगा रवैया हुंदा ओ रखना। Fourth, fear
ਪੈਨਿਕਨੈਸ ਯਾਨੀ ਤੁਹਾਨੂੰ ਡਰ ਲੱਗਦਾ ਹੈ, ਘਬਰਾਹਟ ਹੁੰਦੀ ਹੈ। ਜੇ ਤੁਸੀਂ ਪੋਜ਼ਿਟਿਵ ਕੰਪੈਰੀਜ਼ਨ ਕਰੋ ਫਿਰ ਡਰ ਨਹੀਂ ਲੱਗਦਾ, ਘਬਰਾਹਟ ਨਹੀਂ ਹੁੰਦੀ। ਫਿਫਥ, ਫੀਅਰ ਆਫ ਫੇਲਿਅਰ, ਵੀ ਤੁਸੀਂ ਹਾਰ ਜਾਓਗੇ, ਅਸਫਲਤਾ ਹੋ ਜੂਗੀ, ਉਹਦਾ ਡਰ ਲੱਗਣਾ। ਸਿਕਸਥ, ਅਵੋਇਡ ਨਿਊ ਓਪਰਚੁਨਿਟੀਜ਼, ਯਾਨੀ ਨਵੇਂ ਮੌਕਿਆਂ ਤੋਂ ਤੁਸੀਂ ਬਚਦੇ ਹੋ। ਜੇ ਜ਼ਿੰਦਗੀ ਤੁਹਾਨੂੰ ਮੌਕਾ ਦਿੰਦੀ ਹੈ, ਤੁਸੀਂ ਕਹਿੰਦੇ ਹੋ ਨਹੀਂ ਨਹੀਂ ਮੈਨੂੰ ਉਦਾਂ ਹੀ ਚਾਹੀਦਾ ਜਿੱਦਾਂ ਉਹਦੇ ਕੋਲ ਹੈਗਾ, ਮੈਂ ਕੋਈ ਨਵੀਂ ਆਪਣਾ ਜ਼ਿੰਮੇਦਾਰੀ ਨਹੀਂ ਕਰਨੀ। ਇਹ ਹੈਗਾ ਨੈਗੇਟਿਵ ਕੰਪੈਰੀਜ਼ਨ। ਠੀਕ ਹੈ, ਇੱਥੇ ਹੈਗਾ ਨੈਗੇਟਿਵ ਕੰਪੈਰੀਜ਼ਨ ਬਾਰੇ ਹੋਰ ਕੁਝ ਵੀ ਦੱਸਿਆ ਗਿਆ ਵੀ ਜੇ ਤੁਸੀਂ ਤੁਲਨਾ ਕਰਦੇ ਹੋ ਤਾਂ ਉਹ ਗਲਤ ਕਿਵੇਂ ਹੁੰਦੀ ਹੈ। ਉਹਦੇ ਵਿੱਚ ਕੀ ਕੀ ਆ ਜਾਂਦਾ ਹੈ? ਪੈਸੀਮਿਸਟਿਕ ਜਾਂ ਅਨਐਂਥੂਜ਼ੀਆਸਟਿਕ। ਕਹਿਣ ਦਾ ਮਤਲਬ ਜਾਂ ਤਾਂ ਤੁਸੀਂ ਨਿਰਾਸ਼ਵਾਦੀ ਹੈਗੇ ਹੋ ਜਾਂ ਤੁਹਾਡੇ ਵਿੱਚ ਉਮੀਦ ਨਹੀਂ ਹੈ, ਜੋਸ਼ ਨਹੀਂ ਹੈ ਉਹ ਕੰਮ ਕਰਨ ਦਾ। ਦੂਜੀ, ਅਵੋਇਡਸ ਲਰਨਿੰਗ ਨਿਊ ਥਿੰਗਸ, ਜਿਹੜਾ ਤੁਲਨਾ ਜਿਹੜੀ ਹੈ ਉਹ ਗਲਤ ਤਰੀਕੇ ਨਾਲ ਕਰਦਾ, ਉਹਦੇ ਵਿੱਚ ਇਹ ਜਜ਼ਬਾ ਨਹੀਂ ਹੁੰਦਾ ਵੀ ਮੈਂ ਨਵੀਂ ਚੀਜ਼ ਸਿੱਖਾਂ, ਉਹਨੂੰ ਬਸ ਇੰਨਾ ਚਾਹੀਦਾ ਉਹਦੇ ਕੋਲ ਹੈਗਾ ਮੇਰੇ ਕੋਲ ਵੀ ਹੋਣਾ ਚਾਹੀਦਾ, ਜਿਵੇਂ ਮਰਜ਼ੀ ਹੋਏ। ਤੀਜਾ, ਫੀਅਰ ਪੈਨਿਕਨੈਸ, ਯਾਨੀ ਡਰ ਲੱਗਦਾ, ਉਹਨੂੰ ਘਬਰਾਹਟ ਹੁੰਦੀ ਹੈ ਕਿਉਂਕਿ ਉਹਨੂੰ ਆਪਣੇ ਉੱਤੇ ਨਹੀਂ ਨਾ ਭਰੋਸਾ, ਉਹਨੇ ਇਹ ਨਹੀਂ ਜਾਣਿਆ ਵੀ ਮੈਂ ਕੀ ਕਰ ਸਕਦਾ ਜਾਂ ਕਰ ਸਕਦੀ ਹਾਂ। ਫੋਰਥ, ਟੂ ਰਨ ਅਵੇ ਫਰਮ ਪ੍ਰੋਬਲਮਸ ਇੰਸਟੈਡ ਆਫ ਫੇਸਿੰਗ them, ਉਹ ਜਦੋਂ ਵੀ ਕੋਈ ਮੁਸੀਬਤ ਆ ਜਾਂਦੀ ਹੈ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦਾ, ਉਹਦਾ ਸਾਹਮਣਾ ਨਹੀਂ ਕਰਦਾ। ਐਂਡ ਬਿਕਮਿੰਗ ਲੈਸ ਕੌਨਫੀਡੈਂਟ ਆਫਟਰ ਸੀਇੰਗ ਅਦਰਸ, ਤੇ ਦੂਜਿਆਂ ਨੂੰ ਦੇਖ ਕੇ ਉਹਦਾ ਜਿਹੜਾ ਆਤਮ ਵਿਸ਼ਵਾਸ ਹੈਗਾ ਇਨਸਾਨ ਦਾ ਉਹ ਹੋਰ ਘਟ ਜਾਂਦਾ, ਯਾਨੀ ਵੱਧਦਾ ਨਹੀਂ। ਠੀਕ ਹੈ ਬੇਟਾ, ਤੇ ਆਪਾਂ ਇਹ ਨੈਗੇਟਿਵ ਗਲਤ ਚੀਜ਼ਾਂ ਤੋਂ ਆਪਾਂ ਦੂਰ ਰਹਿਣਾ, ਆਪਾਂ ਸਹੀ ਕੰਪੈਰੀਜ਼ਨ ਕਰਨਾ। ਹੁਣ ਉਹਦੇ ਬਾਰੇ ਇੱਥੇ ਇੱਕ ਸਟੋਰੀ ਦੱਸੀ ਗਈ ਹੈ, ਚਲੋ ਪੜ੍ਹਦੇ ਹਾਂ ਕੀ ਹੈਗੀ ਹੈ ਇਸ ਕਹਾਣੀ ਦੇ ਵਿੱਚ ਗੱਲ। There is a beautiful story about self-love and acceptance. ਸਵੈ ਪਿਆਰ ਤੇ ਨਾਲ ਦੀ ਨਾਲ ਆਪਣੇ ਸਤਿਕਾਰ ਕਰਨਾ, ਆਪਣੀ ਉੱਤੇ ਭਰੋਸਾ ਰੱਖਣਾ, ਉਹਦੇ ਬਾਰੇ ਕਹਾਣੀ ਦੱਸੀ ਗਈ ਹੈ। Once a crow lived in the forest and was absolutely satisfied in life. ਇੱਕ ਵਾਰ ਇੱਕ ਕਾਂ ਇੱਕ ਜੰਗਲ ਵਿੱਚ ਰਹਿੰਦਾ ਸੀ ਤੇ ਉਹ ਆਪਣੇ ਜੀਵਨ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸੰਤੁਸ਼ਟ ਸੀ, ਖੁਸ਼ ਸੀ ਆਪਣੀ ਜ਼ਿੰਦਗੀ ਤੋਂ। But one day he saw a swan. ਪਰ ਇੱਕ ਦਿਨ ਉਸਨੇ ਇੱਕ ਹੰਸ ਦੇਖਿਆ। ਸਵੈਨ ਦਾ ਮਤਲਬ ਹੰਸ। This swan is so white, he thought, and I am so black. ਤੇ ਉਸਨੇ ਆਪਣੇ ਦਿਮਾਗ ਦੇ ਵਿੱਚ ਸੋਚਿਆ ਵੀ ਇਹ ਤਾਂ ਕਿੰਨਾ ਚਿੱਟਾ ਹੈਗਾ ਹੰਸ ਤੇ ਮੈਂ ਕਿੰਨਾ ਕਾਲਾ ਹੈਗਾ। This swan must be the happiest bird in the world. ਤੇ ਇਹ ਜਿਹੜਾ ਹੰਸ ਹੈਗਾ ਇਹ ਦੁਨੀਆ ਵਿੱਚ ਸਭ ਤੋਂ ਖੁਸ਼ਹਾਲ ਪੰਛੀ ਹੋਏਗਾ ਕਿਉਂਕਿ ਰੰਗ ਵੀ ਉਦਾਂ ਦਾ ਹੈ। He expressed his thoughts to the swan. Actually, the swan replied. ਤੇ ਉਹਨੇ ਜਿਹੜੇ ਆਪਣੇ ਵਿਚਾਰ ਸੀ ਉਹ ਹੰਸ ਅੱਗੇ ਪ੍ਰਗਟ ਕੀਤੇ ਤੇ ਅਸਲ ਵਿੱਚ ਹੰਸ ਨੇ ਉਸਨੂੰ ਜਵਾਬ ਦਿੱਤਾ, I was feeling that I was the happiest bird around until I saw a parrot which has two colors. ਤੇ ਹੰਸ ਕਹਿੰਦਾ ਮੈਨੂੰ ਵੀ ਮਹਿਸੂਸ ਹੋ ਰਿਹਾ ਸੀ ਕਿ ਅਸਲ ਦੇ ਵਿੱਚ ਦੁਨੀਆ ਵਿੱਚ ਮੈਂ ਸਭ ਤੋਂ ਖੁਸ਼ ਪੰਛੀ ਹੈਗਾ, ਪਰ ਉਦੋਂ ਤੱਕ ਮਹਿਸੂਸ ਹੋਇਆ ਜਦੋਂ ਤੱਕ ਮੈਂ ਇੱਕ ਤੋਤਾ ਨਹੀਂ ਦੇਖਿਆ ਜਿਸ ਦੇ ਦੋ ਰੰਗ ਸੀ। I now think the parrot is the happiest bird in creation. ਤੇ ਉਸ ਦਿਨ ਤੋਂ ਮੈਨੂੰ ਇਦਾਂ ਲੱਗ ਰਿਹਾ ਹੈ, ਮੈਂ ਸੋਚ ਰਿਹਾ ਵੀ ਤੋਤਾ ਜਿਹੜਾ ਹੈ ਉਹ ਸ੍ਰਿਸ਼ਟੀ ਦਾ ਸਭ ਤੋਂ ਖੁਸ਼ਹਾਲ ਪੰਛੀ ਹੈ। The crow then approached the parrot. ਇੱਥੇ ਆਏਗਾ approached, ed ਆਏਗਾ। The crow then approached the parrot. ਉਸ ਤੋਂ ਬਾਅਦ ਜਿਹੜਾ ਕਾਂ ਸੀ ਉਹ ਤੋਤੇ ਕੋਲ ਚਲਾ ਜਾਂਦਾ ਹੈ। The parrot explained, I lived very happy life until I saw a peacock. ਤੇ ਤੋਤਾ ਉਸ ਨੂੰ ਸਮਝਾਉਂਦਾ ਹੈ ਵੀ ਮੈਂ ਬਹੁਤ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ ਜਦੋਂ ਤੱਕ ਮੈਂ ਇੱਕ ਮੋਰ ਨਹੀਂ ਦੇਖਿਆ ਸੀ। I have only two colors, but the peacock has multiple colors. ਤੋਤਾ ਕਹਿੰਦਾ ਮੇਰੇ ਕੋਲ ਤਾਂ ਸਿਰਫ ਦੋ ਰੰਗ ਹੈਗੇ ਨੇ ਪਰ ਮੋਰ ਕੋਲ ਕਈ ਰੰਗ ਹੈਗੇ ਨੇ। The crow then visited a peacock in the zoo. ਤੇ ਉਸ ਤੋਂ ਬਾਅਦ ਜਿਹੜਾ ਕਾਂ ਸੀ ਉਹ ਚਿੜੀਆ ਘਰ ਵਿੱਚ ਜਾ ਕੇ ਇੱਕ ਤੋਤੇ ਤੋਂ ਗੱਲ ਕਰਨ ਤੋਂ ਬਾਅਦ ਇੱਕ ਮੋਰ ਕੋਲ ਚਲਾ ਜਾਂਦਾ ਹੈ ਜੋ ਕਿ ਚਿੜੀਆ ਘਰ ਵਿੱਚ ਹੁੰਦਾ ਹੈ। And saw that hundreds of people had gathered to see him. ਤੇ ਉਹ ਦੇਖਦਾ ਹੈ ਕਿ ਉੱਥੇ ਸੈਂਕੜੇ ਲੋਕ ਜਿਹੜੇ ਸੀ ਉਸਨੂੰ ਦੇਖਣ ਦੇ ਲਈ ਇਕੱਠੇ ਹੋਏ ਸੀ ਮੋਰ ਨੂੰ ਦੇਖਣ ਲਈ। After the people had left, the crow approached the peacock. ਜਦ ਜਿਹੜੇ ਸੈਂਕੜੇ ਲੋਕ ਸੀ ਉਹਨੂੰ ਦੇਖ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਤੋਤਾ ਹੈਗਾ ਉਹ ਮੋਰ ਕੋਲ ਜਾ ਕੇ ਉਸਨੂੰ ਪੁੱਛਦਾ ਹੈ
Dear peacock, the crow said, you are so beautiful. ਕਾਂ ਕਹਿੰਦਾ ਹੈ ਵੀ ਪਿਆਰੇ ਮੋਰ ਤੁਸੀਂ ਤਾਂ ਬਹੁਤ ਸੁੰਦਰ ਹੋ. Every day thousands come to see you. When people see me, they immediately shoo me away. ਉਹ ਕਹਿੰਦਾ ਹੈ ਵੀ ਹਰ ਰੋਜ਼ ਹਜ਼ਾਰਾਂ ਲੋਕ ਤੈਨੂੰ ਮਿਲਣ ਆਉਂਦੇ ਨੇ ਤੇ ਜਦੋਂ ਲੋਕ ਮੈਨੂੰ ਦੇਖਦੇ ਨੇ ਉਹ ਤੁਰੰਤ ਮੈਨੂੰ ਦੂਰ ਭਜਾ ਦਿੰਦੇ ਨੇ, ਸ਼ੂ ਕਰ ਦਿੰਦੇ ਨੇ. I think you are the happiest bird on the planet. ਤੇ ਮੈਨੂੰ ਇਦਾਂ ਲੱਗਦਾ ਹੈ ਕਿ ਤੁਸੀਂ ਸਭ ਤੋਂ ਖੁਸ਼ਹਾਲ ਪੰਛੀ ਹੈਗੇ ਹੋ ਇਸ ਧਰਤੀ ਤੇ. The peacock replied. ਤੇ ਜਿਹੜਾ ਮੋਰ ਹੈ ਉਹ ਜਵਾਬ ਦਿੰਦਾ ਹੈ, I always thought that I was the most beautiful and happy bird on the planet. ਮੋਰ ਕਹਿੰਦਾ ਮੈਨੂੰ ਵੀ ਇਦਾਂ ਹੀ ਲੱਗ ਰਿਹਾ ਸੀ ਵੀ ਧਰਤੀ ਦਾ ਸਭ ਤੋਂ ਖੁਸ਼ਹਾਲ ਪੰਛੀ, ਸਭ ਤੋਂ ਵਧੀਆ ਪੰਛੀ, ਸੁੰਦਰ ਪੰਛੀ ਮੈਂ ਹੀ ਹਾਂ. But because of my beauty, I am entrapped in this zoo. ਮੋਰ ਕਹਿੰਦਾ ਪਰ ਮੈਂ ਆਪਣੀ ਖੂਬਸੂਰਤੀ ਕਰਕੇ ਇਸ ਚਿੜੀਆ ਘਰ ਦੇ ਵਿੱਚ ਫਸ ਗਿਆ. I have examined the zoo very carefully. ਮੈਂ ਇਸ ਚਿੜੀਆ ਘਰ ਨੂੰ ਬੜੇ ਧਿਆਨ ਨਾਲ ਪੜ੍ਹਿਆ, ਇਹਦੀ ਦੇਖ ਕੀਤੀ ਹੈ ਵੀ ਕੀ ਕਿੱਥੇ ਹੈਗੀ ਹੈ. And I have realized that the crow is the only bird not kept in the cage. ਉਹ ਕਹਿੰਦਾ ਹੈ ਵੀ ਮੈਂ ਚਿੜੀਆ ਘਰ ਦੇ ਆਲੇ ਦੁਆਲੇ ਗੇੜਾ ਲਾ ਕੇ ਦੇਖਿਆ ਵੀ ਮੈਨੂੰ ਤਾਂ ਬੰਦੀ ਬਣਾਇਆ ਹੋਇਆ ਹੈ, ਪਰ ਮੈਨੂੰ ਇਹ ਅਹਿਸਾਸ ਹੋਇਆ ਹੈ ਕਿ ਕਾਂ ਇੱਕ ਅਜਿਹਾ ਪੰਛੀ ਹੈ ਜਿਸ ਨੂੰ ਪਿੰਜਰੇ ਵਿੱਚ ਨਹੀਂ ਰੱਖਿਆ ਜਾਂਦਾ ਇੱਥੇ. So, for the past few days, I have been thinking that if I were crow, I could happily roam everywhere. ਤੇ ਉਹ ਕਹਿੰਦਾ ਹੈ ਵੀ ਪਿਛਲੇ ਕੁਝ ਦਿਨਾਂ ਤੋਂ ਮੈਂ ਇਹ ਸੋਚ ਰਿਹਾ ਕਿ ਜੇਕਰ ਮੈਂ ਕਾਂ ਹੁੰਦਾ ਤਾਂ ਮੈਂ ਹਰ ਥਾਂ ਤੇ ਖੁਸ਼ੀ-ਖੁਸ਼ੀ ਘੁੰਮ ਸਕਦਾ. We too think negatively and develop this inferiority complex. ਉਹ ਕਹਿੰਦਾ ਆਪਾਂ ਇੰਨਾ ਨੈਗੇਟਿਵ ਸੋਚਦੇ ਹਾਂ, ਮਤਲਬ ਵਧੀਆ ਨਹੀਂ ਸੋਚਦੇ ਕਿ ਸਾਡੇ ਵਿੱਚ ਇਨਫੀਰੀਅਰਟੀ ਕੰਪਲੈਕਸ ਆ ਜਾਂਦੇ, ਹੀਣ ਭਾਵਨਾ ਆ ਜਾਂਦੀ ਹੈ, ਵਿਕਸਿਤ ਹੋ ਜਾਂਦੀ ਹੈ ਵੀ ਆਪਾਂ ਕਿਸੇ ਤੋਂ ਘੱਟ ਹੈਗੇ. We make unnecessary comparison with others and become sad. ਤੇ ਇਹ ਜਿਹੜੀ ਭਾਵਨਾ ਆਉਂਦੀ ਹੈ ਇਸ ਦੇ ਵਿੱਚ ਅਸੀਂ ਦੂਜੇ ਦੇ ਨਾਲ ਤੁਲਨਾ ਕਰਨੀ ਸ਼ੁਰੂ ਕਰ ਦਿੰਦੇ ਹਾਂ ਤੇ ਆਪਣੀ ਗੱਲ ਨਹੀਂ ਦੇਖਦੇ ਵੀ ਆਪਾਂ ਕਿਹੜੀ ਸਥਿਤੀ ਦੇ ਵਿੱਚ ਹੈਗੇ ਆ ਤੇ ਆਪਾਂ ਉਦਾਸ ਹੋ ਜਾਂਦੇ ਵੀ ਮੇਰੇ ਕੋਲ ਉਹ ਨਹੀਂ ਹੈ, ਮੈਂ ਇਹ ਨਹੀਂ ਹਾਂ. We do not think of what privilege we have, rather get envious of others. ਆਪਾਂ ਇਹ ਨਹੀਂ ਦੇਖਦੇ ਵੀ ਸਾਡੇ ਕੋਲ ਕੀ ਵਧੀਆ ਹੈਗਾ, ਜ਼ਿੰਦਗੀ ਨੇ ਸਾਨੂੰ ਕੀ ਦਿੱਤਾ ਹੈ, ਸਗੋਂ ਆਪਾਂ ਦੂਜੇ ਤੋਂ ਈਰਖਾ ਕਰਨੀ ਸ਼ੁਰੂ ਕਰ ਦਿੰਦੇ ਹਾਂ ਵੀ ਉਹਦੇ ਕੋਲ ਉਹ ਹੈਗਾ. We should get rid of these resentful feelings. ਸਗੋਂ ਸਾਨੂੰ ਅਜਿਹੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ ਨੇ ਜਿਹੜੀਆਂ ਸਾਨੂੰ ਨੈਗੇਟਿਵ ਲੈ ਕੇ ਜਾਂਦੀਆਂ ਨੇ ਉਹਨਾਂ ਤੋਂ ਦੂਰ ਹੋਣਾ ਚਾਹੀਦਾ ਹੈ. And start appreciating what we have to live a joyous life. ਤੇ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਦੇ ਲਈ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਤੇ ਜੋ ਸਾਡੇ ਕੋਲ ਹੈਗਾ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ. Always try to learn something meaningful from others. ਤੇ ਸਾਨੂੰ ਹਮੇਸ਼ਾ ਦੂਜਿਆਂ ਤੋਂ ਕੁਝ ਵਧੀਆ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ. As we are all unique and enriched with different qualities. ਕਿਉਂਕਿ ਅਸੀਂ ਸਾਰੇ ਜਿਹੜੇ ਹੈਗੇ ਆ ਉਹਨਾਂ ਵਿੱਚ ਵੱਖੋ ਵੱਖਰੇ ਗੁਣ ਹੈਗੇ ਨੇ, ਭਰਪੂਰ ਹੈਗੇ ਨੇ ਤੇ ਸਾਨੂੰ ਉਹ ਗੁਣ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਗੋਂ ਸਾਨੂੰ ਈਰਖਾ ਨਹੀਂ ਕਰਨੀ ਚਾਹੀਦੀ. As children have a natural need to think highly of themselves. ਜਿਹੜੇ ਬੱਚੇ ਹੈਗੇ ਨੇ ਉਹਨਾਂ ਵਿੱਚ ਇਹ ਜਜ਼ਬਾ ਸਾਨੂੰ ਪੈਦਾ ਕਰਨਾ ਵੀ ਚਾਹੀਦਾ ਤੇ ਹੁੰਦਾ ਵੀ ਹੈਗਾ ਕਿ ਉਹ ਆਪਣੇ ਆਪ ਨੂੰ ਕੁਝ ਸਮਝਦੇ ਨੇ, ਉਹ ਮੰਨਦੇ ਨੇ ਵੀ ਮੇਰੇ ਕੋਲ ਇਹ ਚੀਜ਼ ਖਾਸ ਹੈਗੀ ਹੈ. In order for this need to be satisfied, children must believe that they are capable of doing well and succeed in multitude ways. ਜਿਹੜੇ ਬੱਚੇ ਹੈਗੇ ਨੇ ਉਹਨਾਂ ਦੇ ਦਿਮਾਗ ਵਿੱਚ ਸਾਨੂੰ ਅਜਿਹੀਆਂ ਚੀਜ਼ਾਂ ਪਾਣੀਆਂ ਚਾਹੀਦੀਆਂ ਨੇ ਵੀ ਉਹਨਾਂ ਨੂੰ ਲੱਗੇ ਵੀ ਮੈਂ ਇੱਕ ਸੰਤੁਸ਼ਟ, ਇੱਕ ਵਧੀਆ ਇਨਸਾਨ ਹੈਗਾ ਤੇ ਜੋ ਮੈਂ ਜ਼ਿੰਦਗੀ ਦੇ ਵਿੱਚ ਸੋਚਣਾ ਚਾਹੁੰਦਾ, ਹਾਸਲ ਕਰਨਾ ਚਾਹੁੰਦਾ ਉਹ ਮੈਂ ਵੱਖ-ਵੱਖ ਤਰੀਕੇ ਦੇ ਨਾਲ ਕਰ ਸਕਦਾ ਜਾਂ ਕਰ ਸਕਦੀ ਹਾਂ. ਅੱਗੇ ਚੱਲਦੇ ਹਾਂ. ਇੱਥੇ ਐਕਟੀਵਿਟੀ ਦਿੱਤੀ ਹੋਈ ਹੈ. ਸਵਾਲ ਪਹਿਲਾ ਇਹ ਹੈਗਾ, write few lines about the student in your class who is liked by all the teachers. ਆਪਣੀ ਕਲਾਸ ਦੇ ਵਿੱਚ ਉਸ ਵਿਦਿਆਰਥੀ ਬਾਰੇ ਕੁਝ ਲਾਈਨਾਂ ਲਿਖੋ
ਜਿਸਨੂੰ ਸਾਰੇ ਅਧਿਆਪਕ ਜਿਹੜੇ ਨੇ ਪਸੰਦ ਕਰਦੇ ਨੇ। ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ, ਅਰਜੁਨ ਇਜ਼ that student who is liked by almost all the teachers of the school। ਅਰਜੁਨ ਉਹ ਵਿਦਿਆਰਥੀ ਹੈ ਜਿਸਨੂੰ ਸਕੂਲ ਦੇ ਲਗਭਗ ਸਾਰੇ ਅਧਿਆਪਕ ਜਿਹੜੇ ਹੈਗੇ ਨੇ ਉਹ ਪਸੰਦ ਕਰਦੇ ਨੇ, ਬਿਕਾਜ਼ ਹੀ ਇਜ਼ ਵੈਰੀ ਪੋਲਾਈਟ। ਕਿਉਂਕਿ ਕਿਉਂ ਪਸੰਦ ਕਰਦੇ ਨੇ? ਕਿਉਂਕਿ ਉਹ ਬਹੁਤ ਨਿਮਰਤਾ ਨਾਲ ਬੋਲਦਾ ਹੈ। ਹੀ ਇਜ਼ ਵੈਰੀ ਇੰਟੈਲੀਜੈਂਟ, ਉਹ ਬਹੁਤ ਬੁੱਧੀਮਾਨ ਹੈਗਾ। ਰਿਸਪੈਕਟਫੁਲ ਟੂਵਰਡਸ ਦ ਟੀਚਰਸ, ਅਧਿਆਪਕਾਂ ਦਾ ਵੀ ਸਤਿਕਾਰ ਕਰਦਾ ਹੈ। and takes part in academic and non-academic activities as well। ਤੇ ਨਾਲ ਦੀ ਨਾਲ ਉਹ ਜਿਹੜਾ ਹੈਗਾ ਭਾਗ ਲੈਂਦਾ ਹੈ ਪੜ੍ਹਾਈ ਵਾਲੀ ਗਤੀਵਿਧੀ ਦੇ ਵਿੱਚ ਵੀ ਤੇ ਖੇਲ ਕੂਦ ਦੇ ਵਿੱਚ ਵੀ। ਅੱਗੇ ਚੱਲਦੇ ਹਾਂ, ਦੂਜਾ ਸਵਾਲ। by comparing yourself with that person, ਜੇ ਤੁਸੀਂ ਆਪਣੀ ਤੁਲਨਾ ਉਸ ਇਨਸਾਨ ਦੇ ਨਾਲ ਕਰਦੇ ਹੋ, write down about his character traits that you would like to instill in yourself। ਤੁਸੀਂ ਉਹਨਾਂ ਗੁਣਾਂ ਬਾਰੇ ਦੱਸੋ ਜੋ ਤੁਸੀਂ ਉਸ ਇਨਸਾਨ ਤੋਂ ਸਿੱਖ ਕੇ ਆਪਣੇ ਵਿੱਚ ਲਿਆਉਣਾ ਚਾਹੋਗੇ। ਤੇ ਇਹਦਾ ਆਨਸਰ ਮੈਂ ਲਿਖਿਆ ਹੈ, qualities that I would like to have from my friend include। ਜਿਹੜੇ ਗੁਣ ਮੈਂ ਆਪਣੇ ਦੋਸਤ ਤੋਂ ਸਿੱਖਣਾ ਚਾਹੁੰਦੀ ਹਾਂ ਜਾਂ ਚਾਹੁੰਦਾ ਉਹ ਕਿਹੜੇ ਕਿਹੜੇ ਨੇ? being more authentic, ਯਾਨੀ ਕਿ ਸੱਚ ਵੱਲ ਜ਼ਿਆਦਾ ਧਿਆਨ ਦੇਣਾ, ਜੋ ਤੁਸੀਂ ਹੈਗੇ ਹੋ ਉਹੀ ਦਿਖਾਣਾ। brave, ਬਹੁਤ ਜ਼ਿਆਦਾ ਆਪਣਾ ਦਲੇਰੀ ਦਿਖਾਣਾ ਵੀ ਮੈਂ ਤਾਕਤਵਰ ਹੈਗਾ ਸਹੀ ਢੰਗ ਦੇ ਨਾਲ। ਕੈਰੈਕਟਰ ਡਰਿਵਨ, ਯਾਨੀ ਇਹ ਨਹੀਂ ਵੀ ਜੇ ਚੀਟਿੰਗ ਦਾ ਮੌਕਾ ਮਿਲੇ ਤਾਂ ਮੈਂ ਚੀਟਿੰਗ ਕਰ ਲਾਂ। ਫੀਅਰਲੈਸ, ਜਲਦੀ ਘਬਰਾਉਂਦਾ ਨਹੀਂ। ਗੋਲ ਓਰੀਐਂਟਡ, ਯਾਨੀ ਕਿ ਉਹਦੇ ਸੈੱਟ ਗੋਲ ਹੈਗੇ ਨੇ ਵੀ ਮੈਂ ਇਹ ਕਰਨਾ ਹੀ ਕਰਨਾ ਜ਼ਿੰਦਗੀ ਦੇ ਵਿੱਚ। ਹੰਬਲ, ਉਹ ਦੋਸਤਾਂ ਦੇ ਨਾਲ ਨਿਮਰਤਾ ਦੇ ਨਾਲ ਆਦਰ ਦੇ ਨਾਲ ਗੱਲ ਕਰਦਾ। ਇੰਸਪਾਇਰਿੰਗ, ਯਾਨੀ ਕਿ ਮੈਂ ਉਹਨੂੰ ਦੇਖ ਕੇ ਆਪਣੀ ਜ਼ਿੰਦਗੀ ਦੇ ਗੋਲ ਸੈੱਟ ਕਰ ਸਕਦੀ ਹਾਂ ਵੀ ਮੈਂ ਵੀ ਇੱਦਾਂ ਕਰਨਾ ਹੈ। ਨੌਲੇਜੇਬਲ, ਉਹਦੇ ਕੋਲ ਬਹੁਤ ਦਿਮਾਗ ਹੈਗਾ, ਗਿਆਨ ਹੈਗਾ। ਜਸਟ ਲਿਸਨਰ, ਕਹਿਣ ਦਾ ਮਤਲਬ ਜੇ ਤੁਸੀਂ ਜਾ ਕੇ ਉਹਨੂੰ ਆਪਣੀ ਗੱਲ ਦੱਸੋਗੇ ਤਾਂ ਉਹ ਬੜੇ ਧਿਆਨ ਨਾਲ ਤੁਹਾਡੀ ਗੱਲ ਸੁਣੇਗਾ। ਉਸ ਤੋਂ ਬਾਅਦ ਆਪਟੀਮਿਸਟਿਕ, ਯਾਨੀ ਕਿ ਉਹ ਫਿਊਚਰ ਬਾਰੇ ਵਧੀਆ ਸੋਚਦਾ, ਉਹ ਨਹੀਂ ਸੋਚਦਾ ਵੀ ਕੁਝ ਖਰਾਬ ਹੋਏਗਾ, ਉਹਨੂੰ ਇਹ ਲੱਗਦਾ ਵਧੀਆ ਹੀ ਹੋਏਗਾ। ਰਿਲਾਇਬਲ, ਤੁਸੀਂ ਉਹਦੇ ਤੇ ਭਰੋਸਾ ਕਰ ਸਕਦੇ ਹੋ। ਸਪੋਰਟਿਵ, ਜੇ ਤੁਸੀਂ ਘਬਰਾ ਜਾਂਦੇ ਹੋ ਤੁਹਾਡੇ ਲਈ ਇੱਕ ਵਧੀਆ ਸਪੋਰਟ ਦਾ ਕੰਮ ਕਰੂਗਾ। ਟਰਸਟਵਰਦੀ, ਭਰੋਸਾ ਕਰ ਸਕਦੇ ਹੋ ਉਸ ਤੇ। ਐਂਡ ਵਾਈਜ਼, ਕਹਿਣ ਦਾ ਮਤਲਬ ਵੀ ਉਹ ਭਰੋਸੇਮੰਦ ਵੀ ਹੈਗਾ, ਆਸ਼ਾਵਾਦੀ ਵੀ ਹੈਗਾ। ਬਹੁਤ ਸਾਰੇ ਉਹਦੇ ਕੋਲ ਵਧੀਆ ਗੁਣ ਹੈਗੇ ਨੇ ਜਿਹੜੇ ਮੈਂ ਆਪਣੇ ਵਿੱਚ ਲਿਆਉਣਾ ਚਾਹਾਂਗੀ। ਅਗਲਾ, ਥਰਡ, ਰਾਈਟ ਫਿਊ ਲਾਈਨਸ ਔਨ ਐਨੀਥਿੰਗ ਪ੍ਰੋਡਕਟਿਵ ਦੈਟ ਯੂ ਹੈਵ ਡਨ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਕੁਝ ਵਧੀਆ ਕੰਮ ਕੀਤਾ ਹੈ, ਜਿਹਦੇ ਵਧੀਆ ਨਤੀਜੇ ਨਿਕਲੇ ਨੇ, ਉਹਦੇ ਬਾਰੇ ਲਿਖੋ। ਤੇ ਮੈਂ ਇੱਥੇ ਆਨਸਰ ਲਿਖਿਆ ਹੈ, I have started investing in organic fertilizers। ਮੈਂ ਹੁਣ ਜਿਹੜੀ ਨੈਚੁਰਲ ਖਾਦ ਹੈਗੀ ਹੈ ਉਹਦੇ ਵੱਲ ਧਿਆਨ ਦੇਣਾ ਸ਼ੁਰੂ ਕਰਤਾ ਹੈ। For this I collect all the kitchen waste। ਤੇ ਖਾਦ ਬਣਾਉਣ ਦੇ ਵਿੱਚ ਰਸੋਈ ਦਾ ਜਿੰਨਾ ਕੂੜਾ ਹੁੰਦਾ ਹੈ, ਛਿਲਕੇ ਹੋ ਗਏ, ਹੋਰ ਸਬਜ਼ੀਆਂ ਹੋ ਗਈਆਂ ਵੇਸਟ, ਉਹ ਸਾਰਾ ਇਕੱਠਾ ਕਰਦੀ ਹਾਂ। and put it in a pit in my garden। ਤੇ ਆਪਣੇ ਬਗੀਚੇ ਦੇ ਜਿਹੜਾ ਬਗੀਚਾ ਹੈਗਾ ਉਹਦੇ ਵਿੱਚ ਇੱਕ ਖੱਡਾ ਖੋਦ ਕੇ ਉਹਦੇ ਵਿੱਚ ਪਾ ਦਿੰਦੀ ਹਾਂ। after it decomposes, ਜਦ ਉਹ ਸੜਨ ਲੱਗ ਜਾਂਦਾ ਹੈ, I use it as a fertilizer for my plants and kitchen garden। ਤੇ ਜਦ ਉਹ ਸੜ ਜਾਂਦਾ ਉਹਨੂੰ ਕੀੜੇ ਖਾ ਲੈਂਦੇ ਨੇ, ਉਸ ਤੋਂ ਬਾਅਦ ਮੈਂ ਆਪਣੇ ਪੌਦਿਆਂ ਲਈ ਰਸੋਈ ਦਾ ਜਿਹੜਾ ਛੋਟਾ ਜਿਹਾ ਕਿਚਨ ਹੈਗਾ ਉਹਦੇ ਵਿੱਚ ਉਹਦੀ ਵਰਤੋਂ ਕਰਦੀ ਹਾਂ। ਅੱਗੇ ਚੱਲਦੇ ਹਾਂ। Students, always keep one thing in your mind, that every person is unique। ਵਿਦਿਆਰਥੀਓ, ਇੱਕ ਗੱਲ ਹਮੇਸ਼ਾ ਆਪਣੇ ਮਨ ਦੇ ਵਿੱਚ ਰੱਖਿਓ ਕਿ ਹਰ ਵਿਅਕਤੀ ਜਿਹੜਾ ਹੈਗਾ ਉਹ ਵੱਖਰਾ ਹੁੰਦਾ ਹੈ, ਯੂਨੀਕ ਹੁੰਦਾ ਹੈ, ਆਪਣੇ ਆਪ ਦੇ ਵਿੱਚ ਖਾਸ ਹੁੰਦਾ ਹੈ। and has something positive hidden inside। ਤੇ ਉਸਦੇ ਅੰਦਰ ਕੁਝ ਵਧੀਆ ਜ਼ਰੂਰ ਛੁਪਿਆ ਹੁੰਦਾ ਹੈ। Always remember that you are absolutely unique like anyone else। ਹਮੇਸ਼ਾ ਯਾਦ ਰੱਖੋ ਕਿ ਤੁਸੀਂ ਹਰ ਕਿਸੇ ਵਾਂਗ ਬਿਲਕੁਲ ਵੱਖਰੇ, ਯੂਨੀਕ, ਆਪਣੇ ਆਪ ਦੇ ਵਿੱਚ ਖਾਸ ਹੈਗੇ। There is a beautiful saying, ਇੱਕ ਸੁੰਦਰ ਜੀ ਕਹਾਵਤ ਹੈਗੀ ਹੈ, what sets you apart can sometimes feel like a burden। ਜੋ ਤੁਹਾਨੂੰ ਅਲੱਗ ਕਰਦਾ ਹੈ ਉਹ ਕਈ ਵਾਰ ਇੱਕ ਬੋਝ ਵਾਂਗ ਮਹਿਸੂਸ ਕਰਾ ਸਕਦਾ ਹੈ ਤੁਹਾਨੂੰ, but it's not, and a lot of time it's what makes you great। ਉਹ ਜਿਹੜਾ ਤੁਹਾਨੂੰ ਵੱਖਰਾ ਕਰਦਾ ਹੈ ਉਹ ਤੁਹਾਨੂੰ ਇਹਨੇ ਲੱਗ ਸਕਦਾ ਹੈ ਵੀ ਬੋਝ ਹੈਗਾ, ਸਗੋਂ
ਕਾਫੀ ਸਮਾਂ ਜਦ ਨਿਕਲ ਜਾਂਦਾ ਹੈ ਤੇ ਕਾਫੀ ਦੇਰ ਬਾਅਦ ਤੁਹਾਨੂੰ ਹੋ ਸਕਦਾ ਹੈ ਅਹਿਸਾਸ ਵੀ ਹੋਏ ਵੀ ਇਹ ਤੁਹਾਨੂੰ ਵੱਖਰਾ ਤੇ ਵਧੀਆ ਬਣਾਉਂਦਾ ਹੈ, ਕਿਉਂਕਿ ਇਹ ਗੁਣ ਬਾਕੀ ਸਾਰਿਆਂ ਵਿੱਚ ਨਹੀਂ ਹੈ, ਤੁਹਾਡੇ ਵਿੱਚ ਹੀ ਹੈ। ਆਲਵੇਜ਼ ਟਰਾਈ ਟੂ ਲਰਨ ਸਮਥਿੰਗ ਗੁੱਡ ਫਰਮ ਅਦਰਸ। ਦੂਜਿਆਂ ਤੋਂ ਹਮੇਸ਼ਾ ਕੁਝ ਚੰਗਾ ਸਿੱਖਣ ਦੀ ਕੋਸ਼ਿਸ਼ ਕਰੋ and try to implement it in your lives for enhancement of your personality। ਤੇ ਵਧੀਆ ਸਿੱਖ ਕੇ ਉਸ ਨੂੰ ਆਪਣੀ ਸ਼ਖਸੀਅਤ ਦੇ ਵਿੱਚ ਉਸਾਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੀ ਜਿਹੜੀ ਜ਼ਿੰਦਗੀ ਹੈਗੀ ਹੈ ਉਹ ਵਧੀਆ ਹੋਏ। ਇੱਥੇ ਕੁਝ ਸੁਝਾਅ ਦਿੱਤੇ ਹੋਏ ਨੇ, ਸੁਜੈਸ਼ਨਸ। ਨੰਬਰ 1, ਇਨਕਲਕੇਟ ਦ ਹੈਬਿਟ ਆਫ ਐਕਸੈਪਟਿੰਗ ਯੋਰ ਮਿਸਟੇਕਸ। ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਨ ਦੀ ਆਦਤ ਪਾਓ। ਦੂਜਾ, have firm belief in yourself and try not to repeat your mistakes। ਆਪਣੇ ਆਪ ਦੇ ਵਿੱਚ ਪੱਕਾ ਵਿਸ਼ਵਾਸ ਰੱਖੋ ਤੇ ਆਪਣੀਆਂ ਗਲਤੀਆਂ ਨੂੰ ਦੁਹਰਾਉਣ ਦੀ ਕੋਸ਼ਿਸ਼ ਨਾ ਕਰੋ, ਉਹਨਾਂ ਤੋਂ ਸਿੱਖੋ, ਸਮਝੋ। Third, try to implement the habit of helping everyone and never be pessimistic। ਦੂਜਿਆਂ ਦੀ ਮਦਦ ਕਰਨ ਦੀ ਆਦਤ ਜਿਹੜੀ ਹੈਗੀ ਉਹ ਆਪਣੇ ਵਿੱਚ ਲੈ ਕੇ ਆਓ ਤੇ ਕਦੇ ਵੀ ਨਿਰਾਸ਼ਾਵਾਦੀ ਨਾ ਬਣੋ। ਹਮੇਸ਼ਾ ਵਧੀਆ ਸੋਚੋ ਵੀ ਅੱਗੇ ਵੀ ਵਧੀਆ ਹੀ ਹੋਊਗਾ ਤੇ ਵਧੀਆ ਹੀ ਹੋਊਗਾ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।